औरतां दी गिच्ची पिछे मत हुंदी आ, औरतां नूं अकल नहीं हुंदी, औरतां एक बरतन वाली वस्तु हुंदियां ने। ये सारा मनु दा गंद पाया होया। कुत्ता तो किसी चुल्हे ते जा सकता, बंदा नहीं पानी पी सकता बराबर बैठ के। अगर ब्राह्मण कहता भी साडे जे ये उपर बराबर बहिंदा है कोई शूदर, तो उहदे लाके तत्ता सरिये गड्ढ दो। अगर कोई ब्राह्मण किसी शूदर नूं कष्ट पहुँचाउंदा है, उन्होंने 12 पण सज़ा दी जाए, 1200 या 120 रुपये सज़ा दी जाए। परंतु अगर शूदर उही कर्म करता है, उहदी जीभ कट दी जाए, उहदे हत्थ वड़ दिते जाण, उहदी लत्त वड़ दी जाए, उहदे पैर कट दिते जाण, इहो जिहा माड़ा विधान है मनु सिमरती कि जिहड़ी मनु सिमरती आ वो संविधान के आर्टिकल 13 के साडे बुनियादी अधिकारां दा जिहड़े घाण करदी आ। भी ये कल्ली बच्चे पैदा करने वाली मशीन आ, ये औरतों बारे लिखा गया। तो सरकारां जिहड़ियां हिंदू राष्ट्र बनाउण दे लई उन्हां दा पूरा फुल जोर लग्या पिया 24 तक। हिंदू राष्ट्र लागू करन नूं ओह कहंदे आ, उन्हां तां कस च गीता हुंदी सी मोदी दे तां। मोदी सरकार मनुवादी विधान नूं लागू करना छड्ड के गरीब पक्षी विधान लै आवे, असीं मोदी सरकार दा विरोध करना छड्ड देंगे। किसानी खेती के उत्ते मनु सिमरती बोलती है, किसान विरोधी है मनु सिमरती, किसानां ते टैक्स लगाउण दी हमायती है। घट्टो घट्ट 200-300 के करीब जुझारू सिंह, जुझारू होर घट गिणतियां विद्वान, कामरेड, अंबेडकरवादी साथी मोदी सरकार ने जेलों च बंद कर रखे ने। स्वागत है दोस्तों, लोक आवाज़ टीवी देख रहे हो तुसीं ते मैं मोहन सिंह औलख। दोस्तों, मोदी सरकार वालों धक्के नाल तिरंगे लाउण दी जिहड़ी मुहिम शुरू की गई सी, ਉਹਦੇ खिलाफ पंजाब ਦੇ ਵਿੱਚ ਵੱਖਰੇ ਤਰ੍ਹਾਂ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਹੋ ਰਹੇ ਆ। ਕੋਈ ਇਹ ਕਹਿ ਰਿਹਾ ਕਿ ਕੇਸਰੀ ਝੰਡੇ ਲਾਓ, ਕੋਈ ਕਹਿ ਰਿਹਾ ਕਿ ਮਨੂ ਸਿਮਰਤੀ ਸਾੜੀ ਜਾਣੀ ਚਾਹੀਦੀ ਆ, ਕੋਈ ਇਹ ਕਹਿ ਰਿਹਾ ਕਿ ਸੰਵਿਧਾਨ ਦੇ ਖਿਲਾਫ ਜਾ ਕੇ ਮੋਦੀ ਸਰਕਾਰ ਇੱਥੇ ਧੱਕੇ ਨਾਲ ਇੱਕ ਵੱਖਰੇ ਤਰ੍ਹਾਂ ਦਾ ਰਾਸ਼ਟਰ ਲਾਗੂ ਕਰਨਾ ਚਾਹੁੰਦੀ ਆ। ਅਸੀਂ ਮੋਗੇ ਦੇ ਵਿੱਚ ਆ, ਜਿੱਥੇ दो नौजवान कारकुनां ने यह तय किया कि मनु सिमरती जी साड़ी गई है, उन्होंने वालों उन्होंने कहा कि संविधान के खिलाफ सी, इस करके साड़ी है। आप उन्होंने तो सवाल जवाब करते हैं, बई क्यों साड़ी है अज मनु सिमरती, की है जा मनु सिमरती? वाहिगुरू जी का खालसा, वाहिगुरू जी की फतेह, जय भीम लाल सलाम। ਇਹ ਮਨੂ ਸਿਮਰਤੀ ਤਾਂ ਸਾੜੀ ਆ ਕਿਉਂਕਿ 25 ਦਸੰਬਰ 1927 ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ, ਜਿਹੜਾ ਬੰਦਾ ਕਿਤਾਬਾਂ ਨੂੰ ਇੰਨਾ ਪਿਆਰ ਕਰਦਾ ਸੀ, ਉਹਨੇ ਇੱਕ ਕਿਤਾਬ ਕਿਉਂ ਜਲਾਈ? ਕਿਉਂਕਿ ਇਹ ਸਾਡੇ ਲੋਕਾਂ ਨੂੰ ਜਿਹੜੀ ਅੱਜ ਊਚ ਨੀਚ ਦਾ ਪਾੜਾ ਗਾ ਉਹ ਪਾ ਕੇ ਰੱਖਣਾ, ਜਿਹੜਾ ਸਾਰਾ ਮਨੂ ਦੇ ਵਿੱਚ ਹੀ ਲਿਖਿਆ ਹੋਇਆ। ਔਰਤਾਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਆ, ਔਰਤਾਂ ਨੂੰ ਅਕਲ ਨਹੀਂ ਹੁੰਦੀ, ਔਰਤਾਂ ਇੱਕ ਬਰਤਨ ਵਾਲੀ ਵਸਤੂ ਹੁੰਦੀਆਂ ਨੇ। ਇਹ ਸਾਰਾ ਮਨੂ ਦਾ ਗੰਦ ਪਾਇਆ ਹੋਇਆ। ਦੂਜੀ ਗੱਲ, ਔਰਤਾਂ ਨੂੰ ਚਾਰ ਦੀਵਾਰੀ ਦੇ ਵਿੱਚ ਰੱਖਣਾ, ਸਾਡੀ ਅੱਜ ਤੱਕ ਸੋਚ ਗਿੱਚੀ ਪਿੱਛੇ ਮੱਤ ਹੁੰਦੀ ਆ। ਉਹਨੂੰ ਪੜ੍ਹਨ ਨਹੀਂ ਜਾਣ ਦੇਣਾ ਬਾਹਰ, ਉਹਨੂੰ ਕਿਸੇ ਨੂੰ ਦੇਖਣ ਤੱਕ ਨਹੀਂ ਦੇਣਾ, ਉਹ ਪਰਦੇ ਦੇ ਪਿੱਛੇ ਰਵੇ। ਉਹ ਜਿਹੜੀਆਂ ਸਾਰੀਆਂ ਗੱਲਾਂ ਵੀ ਇਹ ਇਕੱਲੀ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਆ, ਇਹ ਔਰਤਾਂ ਬਾਰੇ ਲਿਖਿਆ ਗਿਆ। ਔਰ ਲਾਉਣ ਲਿਖਿਆ ਗਿਆ ਵੀ ਜਿਹੜੀ ਔਰਤ ਤੇ ਸ਼ੂਦਰ ਆ, ਸ਼ੂਦਰ 'ਚ ਹੁਣ ਮੰਨ ਲਓ 6743 ਜਾਤਾਂ ਆ ਗਈਆਂ, ਜਿਨ੍ਹਾਂ ਦੇ ਵਿੱਚ ਕਿਸਾਨ ਤੋਂ ਲੈ ਕੇ ਸਾਰੇ ਆ ਗਏ। ਇਹਨਾਂ ਨੇ ਤਿੰਨਾਂ ਵਰਨਾਂ ਸ਼ੂਦਰ ਨੂੰ ਕਿਹਾ ਕਿ ਬ੍ਰਾਹਮਣ, ਕਸ਼ੱਤਰੀ, ਵੈਸ ਤਿੰਨਾਂ ਦੀ ਸੇਵਾ ਕਰਨ ਵਾਲਾ ਸ਼ੂਦਰ ਹੈਗਾ ਵਰਨ। ਤੇ ਉਸ ਤੋਂ ਬਾਅਦ ਉਹਨੇ ਜਾਤਾਂ ਕੁਜਾਤਾਂ ਦੇ ਵਿੱਚ ਸਾਨੂੰ ਵੰਡਿਆ, ਵੰਡ ਕੇ ਤੇ ਉਹਨਾਂ ਨੇ ਧੱਕੇ ਨਾਲ ਸਾਡੇ ਤੇ ਅਨਪੜ੍ਹ ਰੱਖ ਕੇ ਲੰਮਾ ਟਾਈਮ ਗੁਲਾਮ ਬਣਾ ਕੇ ਤੇ ਉਹਨਾਂ ਨੇ ਕਿੰਨਾ ਕੁਛ ਸਾਨੂੰ ਜਿਹੜਾ ਇਹ ਚੀਜ਼ਾਂ ਤੋਂ ਵਾਂਝੇ ਕਰ ਦਿੱਤਾ ਗਿਆ, ਸਾਡੇ ਹੱਕਾਂ ਤੋਂ ਵਾਂਝੇ ਕਰ ਦਿੱਤਾ ਗਿਆ। ਇਸ ਕਰਕੇ ਜਿਹੜੀ ਉਹ ਮਨੂ ਸਿਮਰਤੀ ਆ ਉਹ ਸੰਵਿਧਾਨ ਦੇ ਆਰਟੀਕਲ 13 ਦੇ ਸਾਡੇ ਬੁਨਿਆਦੀ ਅਧਿਕਾਰਾਂ ਦਾ ਜਿਹੜੇ ਘਾਣ ਕਰਦੀ ਆ। ਸੋ ਅਸੀਂ ਇਹ ਜਿਹੜਾ ਅੱਜ ਦਾ ਤਾਣਾ ਬਾਣਾ ਗਾ ਸਮਾਜਿਕ ਸਿਸਟਮ ਆ, ਇਹ ਮਨੂ ਸਿਮਰਤੀ ਅਨੁਸਾਰ ਬਣਿਆ ਹੋਇਆ। ਅਸੀਂ ਇਹ ਚਾਹੁੰਦੇ ਨਹੀਂਗੇ। ਤੇ ਸਰਕਾਰਾਂ ਜਿਹੜੀਆਂ ਉਹ ਆਏ ਦਿਨ ਕੋਈ ਇਹੋ ਜਿਹਾ ਹੱਥਕੰਡਾ ਅਪਣਾਉਂਦੀਆਂ, ਇਹੋ ਜਿਹਾ ਬਿਆਨ ਦਿੰਦੀਆਂ ਵੀ ਤਾਂ ਕਿ ਜਿਹੜਾ ਦੇਸ਼ ਆ ਉਹ ਇੱਧਰ ਨੂੰ ਧੱਕਿਆ ਜਾ ਰਿਹਾ। ਹਿੰਦੂ ਰਾਸ਼ਟਰ ਬਣਾਉਣ ਦੇ ਲਈ ਉਹਨਾਂ ਦਾ ਪੂਰਾ ਫੁੱਲ ਜ਼ੋਰ ਲੱਗਿਆ ਪਿਆ 24 ਤੱਕ ਵੀ ਹਿੰਦੂ ਰਾਸ਼ਟਰ ਬਣਾਉਣਾ। ਇਸ ਕਰਕੇ ਅਸੀਂ ਮਨੂ ਸਿਮਰਤੀ ਜਿਵੇਂ ਸਾਡੇ ਰਹਿਬਰਾਂ ਨੇ ਸਾੜੀ ਆ, ਅਸੀਂ ਉਵੇਂ ਸਾੜਾਂਗੇ। ਉਹਦੇ ਵਿੱਚ ਇੰਨਾ ਕੁਛ ਲਿਖਿਆ ਗਿਆ ਵੀ ਔਰਤਾਂ ਦਾ ਮਤਲਬ ਪੂਰਾ ਉੱਪਰਲਾ ਹਿੱਸਾ ਨਹੀਂ ਢੱਕਣਾ ਜਾਂ ਉਹ ਨਹੀਂ ਕਰਨਾ। ਅਸੀਂ ਬੋਲ ਕੇ ਦੱਸ ਨਹੀਂ ਸਕਦੇ ਵੀ ਅਸੀਂ ਤਾਂ ਇਹ 'ਚ ਅਪੀਲ ਕਰਦੇ ਹਾਂ ਵੀ ਮਨੂ ਸਿਮਰਤੀ ਨੂੰ ਜਿਹੜਾ ਬੰਦਾ ਪੜ੍ਹੂਗਾ ਨਾ, ਉਹਦੇ ਗੁਰਬਾਣੀ ਤੇ ਅਮਰੀਕਾ ਦਾ ਜਿਹੜਾ ਸੰਵਿਧਾਨ ਆ ਉਹ ਸੌਖੇ ਹੀ ਸਮਝ ਪੈ ਜਾਊਗਾ। ਯਾਨੀ ਕਿ ਇੰਨਾ ਉੱਥੇ ਵੀ ਇੱਕ ਕੁੱਤਾ ਤਾਂ ਕਿਸੇ ਚੁੱਲ੍ਹੇ ਤੇ ਜਾ ਸਕਦਾ, ਬੰਦਾ ਨਹੀਂ ਪਾਣੀ ਪੀ ਸਕਦਾ ਬਰਾਬਰ ਬੈਠ ਕੇ। ਅਗਰ ਬ੍ਰਾਹਮਣ ਕਹਿੰਦਾ ਵੀ ਸਾਡੇ ਜੇ ਇਹ ਉੱਪਰ ਬਰਾਬਰ ਬਹਿੰਦਾ ਹੈ ਕੋਈ ਸ਼ੂਦਰ, ਤਾਂ ਉਹਦੇ ਲਾਕੇ ਤੱਤਾ ਸਰੀਏ ਗੱਡ ਦਿਓ। ਅਸੀਂ ਹਾਲਾਂਕਿ ਕਿਸੇ ਮਨੁੱਖ ਦੇ ਜਿਵੇਂ ਕਿ ਇਹਦੇ ਵਿਰੋਧ 'ਚ ਨਹੀਂ ਹੈਗੇ, ਅਸੀਂ ਉਸ ਬਾਤ ਦੇ, ਅਸੀਂ ਉਸ ਜਿਹੜਾ ਧਰਮ ਜਿਹੜਾ ਸਾਨੂੰ ਨੀਵਾਂ ਦਿਖਾਉਂਦਾ ਔਰ ਬੰਦੇ ਨੂੰ ਬੰਦੇ ਤੋਂ ਨੀਵਾਂ, ਬੰਦੇ ਨੂੰ ਬੰਦੇ ਤੋਂ ਉੱਚਾ ਦਿਖਾਉਂਦਾ, ਕਿਸੇ ਨੂੰ ਗੰਦ ਸੁੱਟਣ ਲਈ ਮਜਬੂਰ ਕਰਦਾ,
ਕਿਸੇ ਨੂੰ ਕਹਿੰਦਾ ਉਹ ਪਵਿੱਤਰ ਆ, ਕਿਸੇ ਨੂੰ ਕਹਿੰਦਾ ਪਵਿੱਤਰ ਆ। ਇਹ ਚੀਜ਼ਾਂ ਨਾ ਕਰਕੇ ਤੇ ਬਾਬੇ ਨਾਨਕ ਹੁਣ ਤਾਂ ਇਹ ਚੀਜ਼ ਮੰਨੀ ਹੋਈ ਨਹੀਂ, ਉਹ ਤਾਂ ਕਹਿੰਦੇ ਸਭ ਲੋਕ ਬਰਾਬਰ ਆ। ਤਾਂ ਜੇ ਫਿਰ ਬਰਾਬਰ ਆ ਤਾਂ ਫਿਰ ਇਹ ਇਹਨਾਂ ਨੇ ਆਪਣੇ ਮਨੂ ਨੇ ਜਿਹੜੀ ਲਿਖੀ ਸੀ ਤਾਂ ਇਹ ਬਹੁਤ ਜ਼ਿਆਦਾ ਜਿਹੜਾ ਅਧਿਕਾਰਾਂ ਦਾ ਇਹਨਾਂ ਨੇ ਘਾਣ ਕੀਤਾ ਤੇ ਉਹ ਭਾਰਤ ਜਿਹੜਾ ਅੱਜ ਤੱਕ ਮੁੜ ਪੈਰਾਂ ਸਿਰ ਨਹੀਂ ਹੋ ਸਕਿਆ ਇਹਨਾਂ ਗੱਲਾਂ ਕਰਕੇ, ਇਹਨਾਂ ਲਿਖੇ ਹੋਏ ਸੰਵਿਧਾਨ ਕਰਕੇ। ਮੋਦੀ ਸਰਕਾਰ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹ ਮਨੂ ਨੂੰ ਲਾਗੂ ਕਰਨਾ ਚਾਹੁੰਦੇ ਆ ਜਾਂ ਸੰਵਿਧਾਨ ਨੂੰ ਨਹੀਂ ਲਾਗੂ ਕਰਨਾ ਚਾਹੁੰਦੇ? ਉਹ ਤਾਂ ਕਹਿ ਰਹੇ ਕਿ ਸੰਵਿਧਾਨ ਪੱਖੀ ਆ, ਸੰਵਿਧਾਨ ਅਨੁਸਾਰ ਚਲਾਉਣੇ ਸਰਕਾਰ। ਨਹੀਂ ਕਹਿਣ ਨਾਲ ਨਹੀਂ ਨਾ ਕੁਛ ਹੁੰਦਾ। ਉਹ ਤਾਂ ਆਪ ਕਹਿ ਰਹੇ ਸੀ ਹਿੰਦੂ ਰਾਸ਼ਟਰ ਲਾਗੂ ਕਰਨਾ, ਹਿੰਦੂ ਰਾਸ਼ਟਰ ਲਾਗੂ ਕਰਨ ਨੂੰ ਉਹ ਕਹਿੰਦੇ ਆ। ਉਹਨਾਂ ਤਾਂ ਕੱਸ 'ਚ ਗੀਤਾ ਹੁੰਦੀ ਸੀ ਮੋਦੀ ਦੇ, ਤਾਂ ਉਹ ਚੀਜ਼ਾਂ ਉਹ ਨਹੀਂ ਕਹਿੰਦੇ, ਉਹ ਦਿਖਾਵਾ ਕਰਦੇ ਆ। ਉਹ ਤਾਂ ਇੱਥੋਂ ਤੱਕ ਕਿ ਉਹਨਾਂ ਨੇ ਸਾਡੇ ਰਹਿਬਰਾਂ ਦੀਆਂ ਫੋਟੋਆਂ ਲਾਉਣੀਆਂ ਵੀ ਸ਼ੁਰੂ ਕਰਤੀਆਂ। ਮੰਨ ਲਓ ਵੀ ਜਿੱਥੇ ਅੰਬੇਡਕਰ ਦਾ ਹੁਣ ਪਤਾ ਲੱਗ ਗਿਆ ਵੀ ਜਿੱਥੇ ਅਸੀਂ ਸਰਕਾਰਾਂ ਨੇ ਅੰਬੇਡਕਰ ਨੂੰ ਮਿੱਟੀ 'ਚ ਮਿਲਾ ਦੇਣ ਦੀ ਖਾਤਰ ਕੁਛ ਨਹੀਂ ਮੰਨ ਲਓ ਯੋਗਦਾਨ ਕੋਈ ਵੀ ਛੱਡਿਆ ਨਹੀਂ ਕੋਈ ਇਹੋ ਜਿਹਾ ਹੱਲ, ਉਹ ਚੀਜ਼ਾਂ ਹੁਣ ਦੁਬਾਰੇ ਆ ਗਈਆਂ ਵੀ ਯਾਰ ਹੁਣ ਐਂ ਤਾਂ ਲੂਟ ਨਹੀਂ ਆਉਂਦੇ, ਇਹਨਾਂ ਨੂੰ ਟੇਢੇ ਢੰਗ ਨਾਲ ਕਰ ਲਈਏ। ਜਿਵੇਂ ਹੁਣ ਕਿਸਾਨਾਂ ਨੇ ਅੰਦੋਲਨ ਚਲਾਇਆ, ਅੰਦੋਲਨ ਚਲਾਉਣ ਤੋਂ ਬਾਅਦ ਕਿਸਾਨ ਜਿੱਤ ਗਏ, ਹਾਲਾਂਕਿ ਉਹ ਕੋਈ ਆਪਦੀ ਲੜਾਈ ਨਹੀਂ ਜਿੱਤੇ। ਜਿਵੇਂ ਕਹਿ ਦਈਏ ਵੀ ਅਸੀਂ ਕੋਈ ਹੱਕ ਲੈਣ ਵਾਸਤੇ ਗਏ ਸੀ, ਉਹਨਾਂ ਨੇ ਕਾਲੇ ਕਾਨੂੰਨ ਪਾਸ ਕੀਤੇ ਸੀ ਤਾਂ ਕਰਕੇ ਉਹਨਾਂ ਦੇ ਕਾਲੇ ਕਾਨੂੰਨ ਹੀ ਅਸੀਂ ਰੱਦ ਕਰਾਏ ਆ। ਮੰਨ ਲਓ ਹੋਰ ਤਾਂ ਕੋਈ ਵੱਡੀ ਪ੍ਰਾਪਤੀ ਨਹੀਂ ਕੀਤੀ, ਪਰ ਉਹਨਾਂ ਦੀ ਇੱਕ ਹੋਰ ਵੀ ਸੋਚ ਆ ਵੀ ਜੇ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਹ ਅਪੀਲ ਕਰਦੇ ਆ, ਪਰ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਕਿ ਇਕੱਠੇ ਹੋ ਕੇ ਤੁਸੀਂ ਜਿਹੜਾ ਦੇਸ਼ ਨੂੰ ਬਚਾਉਣ ਦਾ ਜਿਹੜਾ ਉਹ ਉਪਰਾਲਾ ਕਰ ਲਓ। ਜਿੰਨੇ ਬੰਦੀ ਸਿੰਘ ਨੇ ਪੂਰੇ ਭਾਰਤ ਦੇ ਵਿੱਚ ਨੂੰ ਰਿਹਾਈ ਕਰਾਉਣ ਦਾ ਇਕੱਠੇ ਹੋ ਕੇ ਉਪਰਾਲਾ ਕਰ ਲਓ, ਨਹੀਂ ਤਾਂ ਸਾਨੂੰ ਜਿਹੜਾ ਇਕੱਲੇ ਨੂੰ ਇਹ ਮਾਰ ਕੇ ਛੱਡ ਦੇਣਗੇ। ਜਿਵੇਂ ਇਹਨਾਂ ਦੀ ਹੈਗੀ ਹੋਈ ਆ ਮਨਸਾ ਵੀ ਯਾਰ ਜਿਹੜਾ ਇਹਨਾਂ ਨਾਲ ਅੜਦਾ ਗਾ ਉਹਨਾਂ ਨੂੰ ਫਿਰ ਮਨੂ ਸਿਮਰਤੀ 'ਚ ਲਿਖਿਆ ਹੋਇਆ ਵੀ ਉਹਨਾਂ ਨੂੰ ਸਜ਼ਾ ਕਿਵੇਂ ਦੇਣੀ ਆ, ਟੈਕਸ ਕਿਵੇਂ ਦੇਣਾ, ਉਹ ਬਿੰਗੇ ਟੇਢੇ ਢੰਗ ਨਾਲ ਆਪਦਾ ਕੰਮ ਕਰ ਲੈਣਗੇ। ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਵਿਵਸਥਾ ਪਰਿਵਰਤਨ ਹੀ ਉਹਦੇ ਵੱਲ ਹੀ ਵਧਣਾ ਚਾਹੀਦਾ, ਕਿਉਂਕਿ ਸਮੱਸਿਆਵਾਂ ਬਹੁਤ ਜ਼ਿਆਦਾ ਨੇ। ਜੇ ਆਪਾਂ ਇਕੱਲੀ ਕਿਸੇ ਇੱਕ ਰੁਜ਼ਗਾਰ ਕਿਸੇ ਮਸਲੇ ਦੀ ਗੱਲ ਕਰੀਏ ਤਾਂ ਐਂ ਮਸਲੇ ਨਹੀਂ ਠੀਕ ਹੁੰਦੇ ਐਂ ਕਰਨ ਨਾਲ। ਇਹ ਵਿਵਸਥਾ ਪਰਿਵਰਤਨ ਜਿਹੜਾ ਕਰਨਾ ਪਊਗਾ। ਇਹ ਤਾਂ ਕਰਕੇ ਅਸੀਂ ਇਹ ਮਨੂ ਸਿਮਰਤੀ ਸਾੜੀ ਆ। ਅਸੀਂ ਇਹ ਜਾਤੀਵਾਦੀ ਢਾਂਚਾ ਜਿਹੜਾ ਇਹ ਨਹੀਂ ਚਾਹੁੰਦੇ, ਨਾ ਹੀ ਸਾਡੇ ਗੁਰੂਆਂ ਨੇ ਚਾਹਿਆ। ਡਾਕਟਰ ਸਾਹਿਬ ਪਹਿਲਾਂ ਤਾਂ ਇਹ ਕਿ ਕਿਉਂ ਸਾੜੀ ਗਈ ਮਨੂ ਸਿਮਰਤੀ, ਇਹੋ ਜਿਹਾ ਕੀ ਆ ਮਨੂ ਸਿਮਰਤੀ 'ਚ? ਹਾਂ ਪੱਤਰਕਾਰ ਸਾਹਿਬ, ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਜੈ ਭੀਮ, ਲਾਲ ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਰਿੰਦਰ ਮੋਦੀ ਦੀ ਸਰਕਾਰ ਮਹਿੰਗਾਈ, ਬੇਰੁਜ਼ਗਾਰੀ, ਭਾਈ ਭਤੀਜਾਵਾਦ, ਔਰਤ ਵਿਰੋਧੀ ਮਾਹੌਲ ਦੇ ਬਾਰੇ ਕੋਈ ਗੱਲ ਨਾ ਕਰਕੇ, ਗਰੀਬਾਂ ਦੀ ਕੋਈ ਗੱਲ ਨਾ ਕਰਕੇ, ਬਿਮਾਰੀ ਦੀ ਕੋਈ ਗੱਲ ਨਾ ਕਰਕੇ ਆਪਣਾ ਸ਼ਾਵਨਵਾਦ ਫੈਲਾਉਣਾ ਚਾਹੁੰਦੀ ਹੈ। 15 ਅਗਸਤ ਦੇ ਉੱਤੇ ਤਿਰੰਗੇ ਝੰਡੇ ਦਾ ਉਪਯੋਗ ਕਰਕੇ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਤੇ ਦਲਿਤਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਗਰੀਬਾਂ, ਮਜ਼ਦੂਰਾਂ, ਦਲਿਤਾਂ, ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦਾ ਜਿਹੜਾ ਉਹਦਾ ਏਜੰਡਾ ਹੈ ਉਹ ਬੇਸਿਕਲੀ ਮਨੂਵਾਦੀ ਏਜੰਡਾ ਹੈ। ਮਨੂਵਾਦੀ ਏਜੰਡੇ ਦੇ ਖਿਲਾਫ ਸਾਨੂੰ ਸੰਘਰਸ਼ ਕਰਨਾ ਪਊਗਾ। ਮਨੂਵਾਦੀ ਏਜੰਡਾ ਅੱਗੇ ਮਨੂਵਾਦੀ ਵਿਧਾਨ ਦੇ ਵਿੱਚ ਲਿਖਿਆ ਹੋਇਆ, ਜਿਹੜਾ ਕਿ ਮਨੂ ਸਿਮਰਤੀ ਨਾਮ ਦਾ ਇੱਕ ਕਿਤਾਬਚਾ ਛਪਦਾ ਤੇ ਉਹਦੇ ਵਿੱਚ ਲਿਖਿਆ ਹੋਇਆ। ਅੱਜ ਅਸੀਂ ਇੱਕ ਮੁਹਿੰਮ ਦਾ ਆਗਾਜ਼ ਕਰਦੇ ਹਾਂ ਤੇ ਸਾਰੇ ਪੰਜਾਬੀਆਂ ਨੂੰ ਹੋਕਾ ਦਿੰਦੇ ਹਾਂ ਕਿ ਪਿਆਰੇ ਪੰਜਾਬੀਓ, 15 ਅਗਸਤ ਨੂੰ ਤਿਰੰਗਾ ਵੀ ਚਾੜੋ, ਪਰ ਨਾਲ ਦੀ ਨਾਲ ਮਨੂ ਸਿਮਰਤੀ ਵੀ ਸਾੜੋ। ਜਿੱਥੇ ਵੀ ਤੁਸੀਂ ਪਿੰਡ 'ਚ ਬੈਠੇ ਹੋ, ਸ਼ਹਿਰ 'ਚ ਬੈਠੇ ਹੋ, ਕਿਸੇ ਕਸਬੇ 'ਚ ਬੈਠੇ ਹੋ, ਕਿਸੇ ਮਜ਼ਦੂਰ ਕਲੋਨੀ 'ਚ ਬੈਠੇ ਹੋ, ਕਿਤੇ ਕਾਰਖਾਨੇ ਦੇ ਵਿੱਚ ਬੈਠੇ ਹੋ, ਤਾਂ ਤੁਸੀਂ ਤਿਰੰਗਾ ਵੀ ਚਾੜੋ, ਕਿਉਂਕਿ ਤਿਰੰਗਾ ਸਾਡੇ ਹਿੰਦੂ, ਸਿੱਖ, ਮੁਸਲਮਾਨ ਭਾਈਚਾਰੇ ਦਾ ਪ੍ਰਤੀਕ ਹੈ। ਇਸ ਦੇ ਵਿੱਚ ਅਸ਼ੋਕ ਸਮਰਾਟ ਦਾ ਅਸ਼ੋਕ ਚੱਕਰ ਲੱਗਿਆ ਹੋਇਆ। ਬਾਬਾ ਅੰਬੇਦਕਰ ਤੇ ਸਾਡੇ ਆਜ਼ਾਦੀ ਘੁਲਾਟੀਆਂ ਨੇ ਇਸ ਨੂੰ ਸੋਚ ਸਮਝ ਕੇ ਬਣਾਇਆ ਸੀ। ਤਿਰੰਗਾ ਵੀ ਚਾੜਨਾ, ਤਿਰੰਗਾ ਵੀ ਚਾੜੋ ਤੇ ਨਾਲ ਦੀ ਨਾਲ ਜਿਹੜੀ ਅੱਗੇ ਸਾਨੂੰ ਗੁਲਾਮ ਕਰਦੀ ਰਹੀ ਹੈ ਪਿਛਲੇ ਸਮਿਆਂ ਦੇ ਵਿੱਚ ਤੇ ਅੱਗੇ ਸਾਨੂੰ ਗੁਲਾਮ ਕਰ ਸਕਦੀ ਹੈ, ਉਹ ਮਨੂ ਸਿਮਰਤੀ ਵੀ ਸਾੜੋ, ਉਹਨੂੰ ਅੱਗ ਲਗਾ ਕੇ ਮਚਾਓ। ਮਨੂ ਸਿਮਰਤੀ ਦੇ ਵਿੱਚ ਇਹੋ ਜਿਹਾ ਕੀ ਹੈ ਜੀ ਜਿਹੜਾ ਤੁਸੀਂ ਸਾੜਨ ਦੀ ਗੱਲ ਕਰਦੇ ਹੋ? ਕੀ ਤੁਸੀਂ ਬਾਹਮਣ ਵਿਰੋਧੀ ਹੋ? ਨਹੀਂ ਸਰ, ਅਸੀਂ ਆਪਣੇ ਬ੍ਰਾਹਮਣ ਭਰਾਵਾਂ ਦੇ ਤੇ ਜਾਂ ਕਿਸੇ ਹੋਰ ਜਾਤ ਪਾਤ ਦੇ ਵਿਰੋਧੀ ਨਹੀਂ ਆ। ਜਿਹੜੇ ਚੰਗੇ ਦਲਿਤ ਪੱਖੀ, ਗਰੀਬ ਪੱਖੀ, ਇਨਸਾਫ ਪੱਖੀ, ਵਾਤਾਵਰਨ ਪੱਖੀ, ਮਜਲੂਮ ਪੱਖੀ ਬ੍ਰਾਹਮਣ ਵੀਰ ਨੇ, ਸਾਡੇ ਵਿਦਵਾਨ ਵੀਰ ਨੇ, ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ, ਉਹਨਾਂ ਦੇ ਅੱਗੇ ਸੀਸ ਝੁਕਾਉਂਦੇ ਹਾਂ। ਅਸੀਂ ਆਪਣੇ ਭਾਈਚਾਰਿਆਂ ਦੇ ਵਿੱਚੋਂ ਵੀ ਤੇ ਬਾਕੀ ਭਾਈਚਾਰਿਆਂ ਵਿੱਚੋਂ ਵੀ ਜਿਹੜੇ ਮਨੂਵਾਦ ਪੱਖੀ ਨੇ, ਜਿਹੜੇ ਕਾਰਪੋਰੇਟਵਾਦ ਪੱਖੀ ਨੇ, ਜਿਹੜੇ ਮਨੂਵਾਦੀ ਕਾਰਪੋਰੇਟਵਾਦ ਪੱਖੀ ਨੇ, ਚਾਹੇ ਉਹ ਦਲਾਲ ਨੇ, ਚਾਹੇ ਉਹ ਖੁਦ ਮਾਲਕ ਨੇ, ਅਸੀਂ ਉਹਨਾਂ ਦੇ ਵਿਰੋਧੀ ਹਾਂ। ਉਹਨਾਂ ਦੀ ਮੁੱਖ ਸਰਗਨਾ ਇਸ ਵੇਲੇ ਭਾਰਤ ਦੀ ਕੇਂਦਰ ਸਰਕਾਰ ਹੈ, ਅਸੀਂ ਉਸ ਦੇ ਵਿਰੋਧੀ ਹਾਂ, ਨਾ ਕਿ ਕਿਸੇ ਜਾਤੀ ਵਿਸ਼ੇਸ਼ ਦੇ। ਅਸੀਂ ਤਾਂ ਸਾਰੇ ਸ਼ਹੀਦਾਂ ਨੂੰ, ਭਾਈ ਮਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਸਤੀ ਦਾਸ ਜੀ, ਬਾਬਾ ਟੋਡਰ ਮੱਲ ਜੀ, ਮਦਨ ਲਾਲ ਢੀਂਗਰਾ ਜੀ, ਲਾਲਾ ਹਰਦਿਆਲ ਜੀ, ਸਭ ਨੂੰ ਨਮਸਕਾਰ ਕਰਦੇ ਹਾਂ। ਅਸੀਂ ਤਾਂ ਸਿਰਫ ਜੋ ਮਨੂਵਾਦੀ ਝੂਠ, ਤੂਫਾਨ, ਕੁਫਰ ਹੈ ਉਹਦੇ ਹੀ ਖਿਲਾਫ ਹੈ।
ਮਤਲਬ ਮੋਦੀ ਸਰਕਾਰ ਦੇ ਸਪੈਸ਼ਲ ਤੌਰ ਤੇ ਤੁਸੀਂ ਖਿਲਾਫ ਹੋ, ਜਿਹੜੇ ਮਨੂ ਨੂੰ ਲਾਗੂ ਕਰ ਰਹੀ, ਮਨੂ ਸਿਮਰਤੀ ਨੂੰ ਲਾਗੂ ਕਰ ਰਹੀ। ਮੋਦੀ ਸਰਕਾਰ ਮਨੂਵਾਦੀ ਵਿਧਾਨ ਨੂੰ ਲਾਗੂ ਕਰਨਾ ਛੱਡ ਕੇ ਗਰੀਬ ਪੱਖੀ ਵਿਧਾਨ ਲੈ ਆਵੇ, ਦਲਿਤ ਪੱਖੀ ਵਿਧਾਨ ਲੈ ਆਵੇ, ਮਜ਼ਦੂਰ ਤੇ ਕਿਸਾਨ ਪੱਖੀ ਵਿਧਾਨ ਲੈ ਆਵੇ, ਔਰਤਾਂ ਤੇ ਵਾਤਾਵਰਣ ਪੱਖੀ ਵਿਧਾਨ ਲੈ ਆਵੇ। ਅਸੀਂ ਮੋਦੀ ਸਰਕਾਰ ਦਾ ਵਿਰੋਧ ਕਰਨਾ ਛੱਡ ਦੇਵਾਂਗੇ। ਅਸੀਂ ਮੋਦੀ ਸਰਕਾਰ ਦੇ ਨਹੀਂ, ਉਹਦੀਆਂ ਨੀਤੀਆਂ ਦੇ ਖਿਲਾਫ ਹਾਂ। ਸਾਨੂੰ ਪਰਸਨਲੀ ਕੋਈ ਜਿਵੇਂ ਕਹੀਏ ਕਈ ਕਹਿ ਦਿੰਦਾ ਵੀ ਮੋਦੀ ਤੋਂ ਇਹਨਾਂ ਨੂੰ ਜਿਹੜਾ, ਮੋਦੀ ਤੋਂ ਨਹੀਂ, ਅਸਲ ਪ੍ਰੋਬਲਮ ਉੱਥੇ ਉਹਨਾਂ ਦੀਆਂ ਨੀਤੀਆਂ ਪਾਲਿਸੀਆਂ ਤੋਂ ਆ। ਸੰਵਿਧਾਨ ਦੇ ਖਿਲਾਫ ਜਾ ਕੇ ਕਰ ਰਹੇ ਹੋ ਕੀ ਇਹ ਜਿਹੜਾ ਲਿਖਿਆ ਹੋਇਆ ਮਨੂ ਸਿਮਰਤੀ ਦੇ ਵਿੱਚ, ਜਿਹੜਾ ਸੰਵਿਧਾਨ ਦੇ ਖਿਲਾਫ ਹੋਵੇ ਜਾਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸੰਵਿਧਾਨ ਦੇ ਖਿਲਾਫ ਆ? ਸੰਵਿਧਾਨ ਮਨੂ ਸਿਮਰਤੀ ਵਿੱਚ ਲਿਖਿਆ ਹੋਇਆ ਬਈ ਅਗਰ ਕੋਈ ਬ੍ਰਾਹਮਣ ਕਿਸੇ ਸ਼ੂਦਰ ਨੂੰ ਦੁਸ਼ਟ ਕਰਮ ਕਰਦਾ ਹੈ, ਕਸ਼ਟ ਪਹੁੰਚਾਉਂਦਾ ਹੈ, ਉਹਨੂੰ 12 ਪਣ ਸਜ਼ਾ ਦਿੱਤੀ ਜਾਵੇ, 1200 ਜਾਂ 120 ਰੁਪਏ ਸਜ਼ਾ ਦਿੱਤੀ ਜਾਵੇ। ਪਰੰਤੂ ਅਗਰ ਸ਼ੂਦਰ ਉਹੀ ਕਰਮ ਕਰਦਾ ਹੈ, ਉਹਦੀ ਜੀਭ ਕੱਟ ਦਿੱਤੀ ਜਾਵੇ, ਉਹਦੇ ਹੱਥ ਵੱਢ ਦਿੱਤੇ ਜਾਣ, ਉਹਦੀ ਲੱਤ ਵੱਢ ਦਿੱਤੀ ਜਾਵੇ, ਉਹਦੇ ਪੈਰ ਕੱਟ ਦਿੱਤੇ ਜਾਣ, ਉਹਦੇ ਕੰਨਾਂ ਦੇ ਵਿੱਚ ਗਰਮ ਤੇਲ ਪਾ ਦਿੱਤਾ ਜਾਵੇ, ਉਹਦੇ ਮੂੰਹ ਦੇ ਵਿੱਚ ਗਰਮ ਤੇਲ ਪਾ ਦਿੱਤਾ ਜਾਵੇ। ਇਹੋ ਜਿਹਾ ਮਾੜਾ ਵਿਧਾਨ ਹੈ ਮਨੂ ਸਿਮਰਤੀ। ਹੋਰ ਬਹੁਤ ਕੁਛ ਹੈ। ਸ਼ਾਹੂਕਾਰਾ ਕਰਜ਼ੇ ਦੇ ਉੱਤੇ ਮਨੂ ਸਿਮਰਤੀ ਬੋਲਦੀ ਹੈ, ਕਿਸਾਨੀ ਖੇਤੀ ਦੇ ਉੱਤੇ ਮਨੂ ਸਿਮਰਤੀ ਬੋਲਦੀ ਹੈ, ਕਿਸਾਨ ਵਿਰੋਧੀ ਹੈ ਮਨੂ ਸਿਮਰਤੀ, ਕਿਸਾਨਾਂ ਤੇ ਟੈਕਸ ਲਗਾਉਣ ਦੀ ਹਮਾਇਤੀ ਹੈ, ਸ਼ਾਹੂਕਾਰਾਂ ਦੁਆਰਾ ਗਰੀਬਾਂ ਤੋਂ ਧੱਕੇ ਨਾਲ ਕਰਜ਼ੇ ਵਸੂਲਣ ਦੀ ਹਮਾਇਤੀ ਹੈ ਮਨੂ ਸਿਮਰਤੀ, ਔਰਤਾਂ ਦੀ ਵਿਰੋਧੀ ਹੈ ਮਨੂ ਸਿਮਰਤੀ। ਹੋਰ ਬਹੁਤ ਸਾਰਾ ਕੁਛ ਹੈ। ਜਦੋਂ ਆਪਾਂ ਕਿਤੇ ਵਿਚਾਰ ਨਾਲ ਤੁਹਾਨੂੰ ਮਨੂ ਸਿਮਰਤੀ ਦੇ ਵਿੱਚੋਂ ਅਸੀਂ ਪੜ੍ਹ ਕੇ ਸਟੇਟਮੈਂਟਸ ਦੇਵਾਂਗੇ, ਤੁਸੀਂ ਪੜ੍ਹਿਓ ਤੇ ਵਿਚਾਰ ਕਰਿਓ ਸਾਡੇ ਨਾਲ। ਅਸੀਂ ਤੁਹਾਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਤੱਥ ਦੇ ਤੱਥ ਪੇਸ਼ ਕਰਾਂਗੇ। ਇੱਕ ਬਾਈ ਜੀ, ਤੁਸੀਂ ਜਿਹੜੀਆਂ ਫੋਟੋਆਂ ਲਾਈਆਂ ਨੇ ਫਲੈਕਸਾਂ ਦੇ, ਇਹ ਕਿਉਂ ਲਾਈਆਂ ਔਰ ਕਿਹਦੀਆਂ ਫੋਟੋਆਂ ਇਹ ਕਿਉਂ ਲਾਈਆਂ ਗਈਆਂ? ਪੱਤਰਕਾਰ ਸਾਹਿਬ, ਅਸੀਂ ਭਾਰਤ ਦੇ ਜੋ ਮਨੂਵਾਦ ਦੁਆਰਾ ਪੀੜਿਤ ਬੰਦੀ ਕੀਤੇ ਹੋਏ ਆ, ਜੋ ਮਨੂਵਾਦ ਦੁਆਰਾ ਜੇਲ੍ਹਾਂ ਵਿੱਚ ਡੱਗੇ ਹੋਏ ਆ ਵਿਦਵਾਨ ਤੇ ਜੁਝਾਰੂ, ਉਹਨਾਂ ਦੀਆਂ ਸਾਂਝੀਆਂ ਤਸਵੀਰਾਂ ਲਾਈਆਂ। ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਗਰੀਬ ਪੱਖੀ ਵਿਦਵਾਨ ਗੌਤਮ ਨਵਲੱਖਾ ਜੀ, ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਰਿਸ਼ਤੇਦਾਰ ਸ਼੍ਰੀ ਆਨੰਦ ਤੇਲ ਤੁੰਬੜੇ ਜੀ, ਜੁਝਾਰੂ ਸਾਥੀ ਯਾਸੀਨ ਮਲਿਕ ਜੀ, ਗਰੀਬ ਪੱਖੀ ਵਿਦਵਾਨ GN ਸਾਈਂ ਬਾਬਾ ਜੀ, ਉਹਨਾਂ ਦੀਆਂ ਤਸਵੀਰਾਂ ਲਾਈਆਂ। ਇਹਨਾਂ ਦੇ ਨਾਲ ਹੀ ਘੱਟੋ ਘੱਟ 200-300 ਦੇ ਕਰੀਬ ਜੁਝਾਰੂ ਸਿੰਘ, ਜੁਝਾਰੂ ਹੋਰ ਘੱਟ ਗਿਣਤੀਆਂ ਵਿਦਵਾਨ, ਕਾਮਰੇਡ, ਅੰਬੇਦਕਰਵਾਦੀ ਸਾਥੀ ਮੋਦੀ ਸਰਕਾਰ ਨੇ ਜੇਲ੍ਹਾਂ 'ਚ ਬੰਦ ਕਰ ਰੱਖੇ ਨੇ। ਉਹ ਸਾਮ ਦਾਮ ਦੰਡ ਭੇਦ ਦੀ ਨੀਤੀ ਦੇ ਰਾਹੀਂ ਜੋ ਮਨੂਵਾਦੀ ਨੀਤੀ ਆ, ਉਹਨਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਆ। ਹਜੇ ਉਹਨਾਂ ਕੋਲੇ ਇੰਨੀ ਪਾਵਰ ਨਹੀਂ ਆਈ ਕਿ ਉਹਨਾਂ ਨੂੰ ਨੰਗੇ ਚਿੱਟੇ ਰੂਪ ਦੇ ਵਿੱਚ ਕਤਲ ਕਰ ਸਕੇ। ਤਾਂ ਉਹਨਾਂ ਦੀ ਆਵਾਜ਼ ਬੰਦ ਕਰਨ ਲਈ ਕਿਸੇ ਨੂੰ ਅੰਡਾ ਸੈੱਲ ਦੇ ਵਿੱਚ ਬੰਦ ਕੀਤਾ ਹੋਇਆ, ਕਿਸੇ ਨੂੰ ਬੇੜੀਆਂ ਪਾ ਕੇ ਬੰਦ ਕੀਤਾ ਹੋਇਆ। ਸਾਡਾ ਭਾਈਚਾਰਾ ਕੀ ਕਰ ਰਿਹਾ? ਜੋ ਅਸੀਂ ਘੱਟ ਗਿਣਤੀ ਲੋਕ ਹੈ, ਕਿਸਾਨ ਲੋਕ ਹੈ, ਮਜ਼ਦੂਰ ਲੋਕ ਹੈ, ਕਾਮਰੇਡ ਲੋਕ ਹੈ, ਅੰਬੇਦਕਰਵਾਦੀ ਲੋਕ ਹੈ, ਅਸੀਂ ਆਪਣੇ ਬੰਦੀ ਵੀਰਾਂ ਦੀ ਰਿਹਾਈ ਦੇ ਲਈ ਸੰਘਰਸ਼ ਕਰ ਰਹੇ ਹਾਂ। ਕੋਈ ਸਾਡੇ ਵੀਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਿਹਾ, ਕੋਈ ਬੰਦੀ ਕਸ਼ਮੀਰੀ ਜੁਝਾਰੂਆਂ ਦੀ ਰਿਹਾਈ ਲਈ ਸੰਘਰਸ਼ ਕਰ ਰਿਹਾ, ਕੋਈ ਬੰਦੀ ਅੰਬੇਦਕਰਵਾਦੀਆਂ ਦੀ ਰਿਹਾਈ ਲਈ ਸੰਘਰਸ਼ ਕਰ ਰਿਹਾ, ਕੋਈ ਬੰਦੀ ਕਾਮਰੇਡਾਂ ਦੀ, ਨਕਸਲੀਆਂ ਦੀ ਰਿਹਾਈ ਲਈ ਸੰਘਰਸ਼ ਕਰ ਰਿਹਾ। ਤਾਂ ਸਾਡੇ ਜਦੋਂ ਅਸੀਂ ਇਕੱਲੇ ਕਰ ਰਹੇ ਹਾਂ, ਸਾਡੀ ਪਾਵਰ ਉਹ ਮਨੂਵਾਦ ਦੀ ਸ਼ਕਤੀ ਦੇ ਬਰਾਬਰ ਨਹੀਂ ਬਣਦੀ, ਤੇ ਇਸ ਕਰਕੇ ਸਾਨੂੰ ਬਾਰ-ਬਾਰ ਹਾਰਾਂ ਦਾ ਮੂੰਹ ਸਾਨੂੰ ਮਿਲਦਾ। ਜੇ ਅਸੀਂ ਸਾਰੇ ਸਿੱਖ, ਮੁਸਲਮਾਨ, ਕਿਸਾਨ, ਮਜ਼ਦੂਰ, ਵਿਦਿਆਰਥੀ, ਔਰਤਾਂ, ਅਗਾਂਹਵਧੂ ਲੋਕ ਇਕੱਠੇ ਹੋ ਜਾਈਏ। ਅਸੀਂ ਬੋਲਿਆ ਵੀ ਆ ਇਹਦੇ ਵਿੱਚ, ਭਾਰਤ ਦੇ ਸਾਰੇ ਰਾਜਨੀਤਿਕ ਕੈਦੀਆਂ ਨੂੰ ਰਿਹਾ ਕਰੋ ਦੀ ਸਹੀ ਤੇ ਸਾਂਝੀ ਮੰਗ ਉਠਾਓ। ਕਿਸਾਨੋਂ, ਮਜ਼ਦੂਰੋਂ ਤੇ ਘੱਟ ਗਿਣਤੀਓ ਇੱਕ ਹੋ ਜਾਓ। ਜਿੰਨਾ ਚਿਰ ਕਿਸਾਨ, ਮਜ਼ਦੂਰ ਘੱਟ ਗਿਣਤੀਆਂ ਇੱਕ ਨਹੀਂ ਹੁੰਦੀਆਂ, ਉਹਨਾਂ ਚਿਰ ਕਿਸੇ ਵੀ ਪ੍ਰਕਾਰ ਦੇ ਜਿਹੜੇ ਬੰਦੀ ਹੈ ਉਹਨਾਂ ਦੀ ਰਿਹਾਈ ਇਸ ਸਰਕਾਰ ਨੇ, ਇਸ ਮਨੂਵਾਦੀ ਪ੍ਰਬੰਧ ਨੇ ਨਹੀਂ ਕਰਨੀ। ਇਹ ਸਾਮ ਦਾਮ ਦੰਡ ਭੇਦ ਲਗਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰੂਗਾ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕੀ ਰੱਖੂਗਾ। ਤਾਂ ਸਾਨੂੰ ਸਾਰੇ ਪੰਜਾਬੀਆਂ ਨੂੰ, ਸਾਰੇ ਭਾਰਤੀਆਂ ਨੂੰ, ਸਾਰੇ ਜਿਹੜੇ ਮਨੂਵਾਦ ਤੋਂ ਸੁਚੇਤ ਰੂਪ ਦੇ ਵਿੱਚ ਜਾਣਕਾਰ ਨੇ, ਉਹਨਾਂ ਨੂੰ ਇਕੱਠੇ ਹੋਣਾ ਪਊਗਾ। ਦੇਸ਼ ਦੀ 95% ਪਾਪੂਲੇਸ਼ਨ ਨੂੰ ਇਕੱਠੇ ਹੋ ਕੇ ਇਸ ਜ਼ਾਲਮ ਜਕੜ ਪੰਜੇ ਨੂੰ ਤੋੜਨਾ ਪਊਗਾ ਜੀ। ਤਾਂ ਉਹਨਾਂ ਦਾ ਕਹਿਣਾ ਕਿ ਮਨੂ ਸਿਮਰਤੀ ਸੰਵਿਧਾਨ ਵਿਰੋਧੀ ਹੈ। ਮੋਦੀ ਸਰਕਾਰ ਮਨੂ ਸਿਮਰਤੀ ਅਨੁਸਾਰ ਚੱਲ ਰਹੀ ਆ, ਉਹਨੂੰ ਲਾਗੂ ਕਰਨ ਦੀ ਗੱਲ ਕਰਦੀ ਆ। ਸੰਵਿਧਾਨ ਦੇ ਖਿਲਾਫ ਜਾ ਕੇ, ਲੋਕਾਂ ਦੇ ਵਿਰੋਧ 'ਚ ਜਾ ਕੇ ਇਹਨੂੰ ਲਾਗੂ ਕਰਨ ਦੇ ਖਿਲਾਫ ਅਸੀਂ ਮਨੂ ਸਿਮਰਤੀ ਸਾੜੀ ਆ, ਜਿਹੜੀ 1927 ਦੇ ਵਿੱਚ ਸਾਡੇ ਰਹਿਬਰ ਬਾਬਾ ਅੰਬੇਦਕਰ ਸਾਹਿਬ ਨੇ ਵੀ ਸਾੜੀ ਸੀ। ਇਹ ਇਹਨਾਂ ਨੌਜਵਾਨ ਕਾਰਕੁਨਾਂ ਦਾ ਕਹਿਣਾ। ਕੈਮਰਾ ਪਰਸਨ ਜਸ ਦੇ ਨਾਲ ਮੈਂ ਮੋਹਨ ਸਿੰਘ ਔਲਖ, ਲੋਕ ਆਵਾਜ਼ TV ਲਈ ਧੰਨਵਾਦ।